103 ਜ਼ਬੂਰ ਦੇ ਵਿੱਚ ਲਿਖਿਆ, ਉਹਦੀ 6 ਆਇਤ ਨੂੰ ਪੜਾਂਗੇ ਅਸੀਂ। 103 ਜ਼ਬੂਰ ਉਹਦੀ 6 ਆਇਤ। एक सौ तीन ਜ਼ਬੂਰ ਦੀ 6 ਆਇਤ ਚ ਲਿਖਿਆ, ਯਹੋਵਾ ਧਾਰਮਿਕਤਾ ਦੇ ਕੰਮ, ਯਹੋਵਾ ਧਾਰਮਿਕਤਾ ਦੇ ਕੰਮ ਅਤੇ ਨਿਆਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। ਪੰਜਾਬੀ ਚ ਧਰਮ ਲਿਖਿਆ, ਪਰ ਅਸਲ ਚ ਧਰਮ ਨਹੀਂ ਹੈ, ਧਾਰਮਿਕਤਾ ਵਾ। ਜਦੋਂ ਤੁਸੀਂ ਇੰਗਲਿਸ਼ ਪੜ੍ਹਦੇ ਹੋ ਚ ਲਿਖਿਆ ਰਾਈਚਸਨੈਸ ਦੇ ਵਰਕ ਜਿਹੜੇ ਤੇ ਉਹਦੀ ਜਸਟਿਸ ਕਿਹਨਾਂ ਦੇ ਲਈ ਕਰਦਾ? ਪਰਮੇਸ਼ਰ ਓਪਰੈਸਡ ਲੋਕਾਂ ਲਈ, ਦਬਾਏ ਹੋਏ ਲੋਕਾਂ ਦੇ ਲਈ। ਹਾਲੇਲੂਇਆ। ਮੇਰੇ ਮਗਰ ਬੋਲੀਏ, ਯਹੋਵਾ ਧਾਰਮਿਕਤਾ ਦੇ ਕੰਮ ਅਤੇ ਨਿਆਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। ਆਮੀਨ। ਸਿਸਟਰ ਪ੍ਰਿੰਕਲ ਨੂੰ ਇੱਕ ਮਾਈਕ ਦਈਏ ਔਰ ਆਵਾਜ਼ ਉਹਦੀ ਮੇਰੇ ਵਾਂਗੂ ਹੀ ਥੋੜੀ ਉੱਚੀ ਕਰ ਦਈਏ। ਹਾਲੇਲੂਇਆ, ਹਾਲੇਲੂਇਆ। ਮੈਂ ਚਾਹੁੰਦਾ ਇਟਾਲੀਅਨ ਚ ਕੁਝ ਸਮਾਂ ਟ੍ਰਾਂਸਲੇਸ਼ਨ ਕਰੀਏ ਸੀ ਨੂੰ। ਹਾਲੇਲੂਇਆ। ਦਾਊਦ ਜਿਹੜਾ ਆਪਣੀ ਫੈਮਿਲੀ ਚੋਂ ਸੀਗਾ, Davide che era parte della sua famiglia ਉਹ ਦਬਾਇਆ ਹੋਇਆ ਪਰਸਨ ਸੀਗਾ, era oppresso dalla sua famiglia, ਇਗਨੋਰ ਕੀਤਾ ਹੋਇਆ ਸੀਗਾ। non era considerato. ਜਦੋਂ ਪ੍ਰੋਫੈਟ ਸੈਮੂਅਲ ਉਹਨਾਂ ਦੇ ਘਰੇ ਗਿਆ, Quando il profeta Samuele è venuto nella loro casa, ਦਾਊਦ ਨੂੰ ਸੱਦਿਆ ਹੀ ਨਹੀਂ। nessuno ha chiamato Davide. ਜੇ ਤੁਸੀਂ ਗੱਲ ਕਰੋ ਉਸ ਸਮੇਂ ਦੀ, Se parliamo di quel tempo, ਪ੍ਰੋਫੈਟ ਇਸਰਾਈਲੀਆਂ ਦੇ ਘਰੇ ਆਵੇ, un profeta che va nella casa di un israelita ਉਹ ਵੀ ਸੈਮੂਅਲ ਵਰਗਾ ਪ੍ਰੋਫੈਟ, è un profeta come Samuele, ਤੇ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਨਾ ਸੱਦੋ, e non invitate tutta la vostra famiglia. ਇਹ ਹੋ ਨਹੀਂ ਸੀ ਸਕਦਾ। Non è possibile questo. ਪਰ ਦਾਊਦ ਦੇ ਬਾਪ ਨੇ, ਯੱਸੀ ਨੇ ਕੀ ਕੀਤਾ? Ma il papà di Davide cosa ha fatto? ਉਹ ਇੰਨੇ ਅਮੀਰ ਸੀ, ਉਹਨਾਂ ਤੋਂ ਨੌਕਰ ਵੀ ਹੋਣਗੇ। Lui era ricco, probabilmente aveva anche dei servi. ਉਹ ਉਹਨਾਂ ਦੇ ਆਸਰੇ ਵੀ ਇੱਜ਼ਤ ਛੱਡ ਕੇ ਆ ਸਕਦਾ ਸੀ, Poteva lasciare il pascolo ai servi ਪਰ ਜੇ ਉਹਨੂੰ ਸੱਦਿਆ ਜਾਂਦਾ, se avesse invitato Davide, ਪਰ ਉਹਨੂੰ ਸੱਦਿਆ ਨਹੀਂ, ma nessuno l'ha invitato ਕਿਉਂਕਿ ਉਹ ਇਗਨੋਰ ਚਾਈਲਡ ਸੀਗਾ। perché era uno rigettato dalla famiglia. ਵੀ ਜੇ ਪ੍ਰੋਫੈਟ ਆਇਆ ਵਾ, ਸਾਡੇ ਇੰਨਿਆਂ ਦੇ ਲਈ ਖੁਸ਼ਖਬਰੀ ਹੋਊਗੀ। Se un profeta è venuto è solo per quelle persone. ਜੇ ਕੁਰਬਾਨੀ ਵੀ ਦੇਣੀ, ਅਸੀਂ ਇੰਨੇ ਹੀ ਮਿਲ ਕੇ ਦੇ ਲਾਂਗੇ। Se dobbiamo dare un'offerta daremo solo queste persone. 7 ਬੇਟੇ ਸੀ ਉਹਦੇ, 8 Erano ਬੇਟੇ ਸੀ, 8 figli. 7 ਜਿਹੜੇ ਰੈਕੋਗਨਾਈਜ਼ ਕੀਤੇ ਜਾਂਦੇ ਸੀ। 7 erano quelli riconosciuti ਤੇ ਦਾਊਦ ਓਪਰੈਸਡ ਸੀਗਾ। e Davide era quello che non veniva considerato. ਹਾਲੇਲੂਇਆ। ਪਰ ਇਹ ਆਇਤ ਕੀ ਦੱਸਦੀ ਆ? Ma cosa dice questo ਇਹ versetto? ਆਇਤ ਪਰਮੇਸ਼ਰ ਦੇ ਸੁਭਾਅ ਨੂੰ ਦੱਸਦੀ ਆ। Dice come è fatto Dio. ਸਾਰੇ ਸੁਣ ਪਾ ਰਹੇ ਆ? ਮੇਰੇ ਬਜ਼ੁਰਗ, ਮੇਰੇ ਵੱਡੇ, ਮੇਰੇ ਜਵਾਨ ਭੈਣ ਭਰਾਈ ਔਰ ਛੋਟੇ ਮੇਰੇ ਤੋਂ ਸਾਰੇ ਸੁਣ ਰਹੇ ਆ ਨਾ? ਹਾਲੇਲੂਇਆ। ਇਹ ਆਇਤ ਖੁਦਾ ਦੇ ਸੁਭਾਅ ਨੂੰ ਦੱਸਦੀ ਆ। Questo versetto rappresenta il carattere di Dio. ਯਹੋਵਾ ਧਾਰਮਿਕਤਾ ਦੇ ਕੰਮ, Jehovah fa giustizia, ਧਾਰਮਿਕਤਾ ਦੇ ਕੰਮ, fa giustizia, ਰਾਈਚਸਨੈਸ ਨੂੰ ਜਸਟਿਸਿਆ ਕਹਿੰਦੇ। ਯਹੋਵਾ ਧਾਰਮਿਕਤਾ ਦੇ ਕੰਮ l'Eterno fa giustizia ਤੇ e ਆਪਣਾ ਨਿਆਂ difende ਦਬਾਏ ਹੋਏ ਲੋਕਾਂ ਦੇ ਲਈ ਕਰਦਾ ਹੈ। tutte le persone che sono oppresse. ਜਦੋਂ ਹੁਣ ਦਾਊਦ ਦੀ ਰੋਜ਼ਾਨਾ ਲਾਈਫ ਇਹ ਸੀ ਕਿ ਉਹਨੂੰ ਪੁੱਛਿਆ ਨਹੀਂ ਸੀ ਜਾਂਦਾ ਫੈਮਿਲੀ ਵੱਲੋਂ, Se nel quotidiano di Davide lui non veniva considerato dalla famiglia, ਔਰ ਦਾਊਦ ਨੇ ਵੀ ਝਗੜਾ ਨਹੀਂ ਕੀਤਾ e Davide non si è mai ribellato a questo. ਵੀ ਜੇ ਤੁਸੀਂ ਮੈਨੂੰ ਨਹੀਂ ਪੁੱਛਦੇ Che se voi non mi considerate, ਤੇ ਜਿਹੜੇ ਇੱਜ਼ਤ ਦਾ ਤੁਸੀਂ ਸਾਰਾ ਕੁਝ ਖਾਣੇ ਹੋ, ਇੱਜ਼ਤ ਦੀ ਮੈਂ ਨਹੀਂ ਰਾਖੀ ਕਰ। allora il pascolo che io seguo non lo seguirò più. ਹਾਲੇਲੂਇਆ। ਦਾਊਦ ਨੇ ਝਗੜਾ ਨਹੀਂ ਕੀਤਾ। Davide non ha detto così. ਦਾਊਦ ਦਬਾਏ ਹੋਏ ਹੋਣ ਦੇ ਬਾਵਜੂਦ ਵੀ ਇੱਜ਼ਤ ਦੀ ਰਾਖੀ ਕਰਦਾ। Nonostante fosse oppresso, lui difendeva il suo pascolo. ਹਾਲੇਲੂਇਆ। ਫਿਰ ਵੀ ਮਾਪਿਓ ਦੀ ਆਗਿਆਕਾਰੀ ਚ ਸੀਗਾ। Nonostante questo era obbediente ai suoi genitori. ਇਦਾਂ ਕਰਨ ਦੇ ਕਰਕੇ Per questo motivo, ਦਾਊਦ ਦੇ ਅੰਦਰ dentro di lui ਪਰਮੇਸ਼ਰ ਦੀ ਧਾਰਮਿਕਤਾ ਵਧਦੀ ਜਾ ਰਹੀ ਸੀ। continuava a crescere la giustizia di Dio. ਹਾਲੇਲੂਇਆ। Alleluia. ਜਸਟਿਸਿਆ ਹੋਣਾ ਨਹੀਂ ਚਾਹੀਦਾ ਵਚਨ। ਜਸਟਿਸਿਆ ਨਿਆਂ ਨੂੰ ਨਹੀਂ ਕਹਿੰਦੇ, ਕਿਉਂਕਿ ਰਾਈਚਸਨੈਸ ਹੋਣਾ ਚਾਹੀਦਾ ਅਸਲ ਚ ਵਰਡ ਜਿਹੜਾ ਰਾਈਚਸਨੈਸ, ਧਾਰਮਿਕਤਾ ਨਾ। ਹਾਲੇਲੂਇਆ। ਅੱਛਾ ਠੀਕ ਹੈ।
हालेलुया। अगर दाऊद लड़दा अपनी फैमिली ना Se Davide avesse litigato con la sua famiglia और शरीर द्वारा चलदा, e avesse camminato secondo il corpo, जे तुसी नहीं मैनू रिकॉग्नाइज करदे, e voi non mi state जे riconoscendo, तुसी नहीं मैनू गिणदे, se voi non mi जे considerate, तुसी नहीं मैनू ते करदे, se voi non mi amate, ते मैं भी इज्जत दी राखी रुखी नहीं करनी। allora anch'io mi rifiuto di pascolare. ते दाऊद दे अंदर Dentro di lui परमेश्वर दी ए आयत पूरी नहीं सी होनी, non sarebbe avverato questo versetto, पर क्योंकि वो आज्ञाकार सी ma essendo lui obbediente और परमेश्वर दे वचन ते चल रहा सी। e camminava sulla parola di Dio, हालेलुया। हुण मैं ट्रांसलेशन तो बिना करांगा, थोड़ा थोड़ा हुण फ्लो बनाउणा है तुसी, ताकि फ्लो आउण वाले दिनां च बन सके पूरा। मैनू भी बहुत टाइम बाद मैं ट्रांसलेशन ना प्रीच कर रहा, पर आउण वाले दिनां च असीं फ्लो ना करांगे। हालेलुया। अगर दाऊद, क्योंकि दाऊद स्टिल वचन च बनिया होया सी, ते आयत दाऊद दी लाइफ च पूरी हो रही सी। पता केड़ी पूरी हो रही सी? दाऊद दे अंदर राइचसनेस प्रभु दी वादी जा रही सी। सारे ध्यान नाल सुनना, दाऊद दे अंदर परमेश्वर दी धार्मिकता वादी जा रही सी। वजह की? दाऊद ने इज्जत दी राखी करनी बंद नहीं की। दाऊद ने अपने मां पे तो इग्नोर होने के बावजूद भी उन्होंने प्यार करना बंद नहीं किया। दाऊद का दिल टुटिया होने के बावजूद भी दाऊद ने प्रे करनी और परमेश्वर की वर्शिप करनी उजाड़ च बंद नहीं की। हालेलुया। दाऊद नूं पता सी कि यहोवा दे धार्मिकता दे काम ते यहोवा दा न्याय दबाए हुए लोगों के लिए आ। अज कई बारी तुहानूं लगदा मैं बदकिस्मत आ, शायद मैनू लोकी दबा रहे, मैनू डेवल दबा रहा वा, मैनू काम ते जेड़े कुछ लोग आ वो दबा रहे आ। अगर तुसी अज दे वचन नूं समझो, तुहानूं समझ आऊगी कि यहोवा दी नेचर आ कि जे दाऊद दबाया होया सीगा पर वो आत्मा च बनिया रहा, शरीर च नहीं आया, तो परमेश्वर दी राइचसनेस सुज वधदी जा रही सी। जिदण तुसी भी शरीर चाहोगे अपने काम वाले स्थान ते, अपने चर्च दे विच, अपनी रिश्तेदारी दे विच, जिदण तुसी भी शरीर दे अकॉर्डिंग चलोगे, लै भी मैनू कौन दबा सकदा, मेरे नाल कौन चढ़ाई कर सकदा, असीं किहड़ा किसी दा लैके खाने आ, मैनू कोई कौन दबा सकदा। वो माड़ा कहूगा तो आपां उहनां दे घरे जाना बंद कर दांगे, वो एक सुणाऊगा आपां दो सुणावांगे। जिदण तुसी मेरी गल नूं ध्यान नाल सुनना सारे, जिदण तुसी फैसला लै लैने आ कि नहीं मैनू कोई क्यों दबावे, मैनू क्यों स्थितियां दबाउण, तां परमेश्वर दी राइचसनेस तुहाडे अंदरों वधनी खत्म हो जाती है। तुसी स्ट्रगल करदे वे, पवित्रता ही क्यों नहीं रख हो रही, प्रेयर स्ट्रगल क्यों बन गई। पास्टर तो दसदा प्रेयर करो, प्रेयर तो एक संघर्ष बन गई मेरे लिए। पास्टर तो दसदे आ कि प्रार्थना एक मजा वा, मेरे लिए तो प्रार्थना एक संघर्ष वा। वजह की तुसी शरीर के अकॉर्डिंग दबाए हुए नहीं रहना चाहते। तुसी कहने मैनू कौन दबा सकता, मैनू कोई क्यों गल कोई कवे। पर पौलस पता की कहंदा, कहंदा परमेश्वर तेरी सामर्थ निर्बलताइयां च सिद्ध हुंदी है। हालेलुया। तुसी समझोगे इस वचन में जो मैं अगे ले जावांगा इस गल नूं। दाऊद स्टिल अपने माँ प्यो नूं परमेश्वर वाला प्यार करता रहा, स्टिल उन्हां दी दित्ती जिम्मेवारी नूं पूरा करता रहा। ते पता की होया, एक करन दा करके जदों भी दाऊद उजाड़ च हुंदा सी, खुदा दा आत्मा नूं दुआ च लैके जांदा सी, खुदा दा आत्मा नूं भरदा सी, खुदा दा आत्मा नूं होलीनेस च रखिया होया सी, खुदा दे आत्मा नूं वधा रिहा सी, खुदा दा आत्मा ओनूं हर हिस्से च ब्लैस कर रिहा सी, शेरां तो भी प्रोटेक्ट रख रिहा सी, रिश्त नूं भी पाड़ दिता दाऊद ने। वजह पता की? खुदा दी राइचसनेस उच वध रही सी, क्योंकि खुदा दी नेचर आ, जिन्ने दबाए हुए आ उन्हां ते खुदा दी धार्मिकता वधाउंदा खुदा। हालेलुया, 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 थैंक यू जीसस, हालेलुया। हुण रह गया, धार्मिकता तो वध रही सी, हुण न्याय होना बाकी सीगा। ये ऐस ऐत नूं पढ़िया ना, मेरे मगर सारे बोलिए यहोवा धार्मिकता दे काम अते न्याय सब दबाए होयां दे लई करदा है। इटालियन च पता की लिखा, इंग्लिश पता की लिखा, ओप्रेस्ड लोकां लई, जिन्हों लोग दबा रहे हैं, जिन्हों पेरेंट्स दबा रहे हैं, जिन्हों कोई फैमिली रिश्तेदार दबा रहे, जिन्हों चर्च च कोई दबा रहा वा, जिन्हों काम ते कोई दबा रहा, जिन्हां धक्का हो रहा वा। हालेलुया।
ਜਿੱਦਣ ਪ੍ਰੋਫੈਟ ਸੈਮੂਅਲ ਆਇਆ, ਇੱਕ ਦਾਊਦ ਜੀ ਰਿਹਾ ਸੀ ਲਾਈਫ ਨੂੰ, ਧਾਰਮਿਕਤਾ ਵੱਧ ਰਹੀ ਸੀ ਉਹਦੇ ਅੰਦਰ। ਪਰ ਜਿੱਦਣ ਪ੍ਰੋਫੈਟ ਸੈਮੂਅਲ ਆਇਆ, ਉਦਣ 7 ਦੇ 7 ਰਿਜੈਕਟਡ ਕੀਤੇ ਗਏ ਭਰਾ ਦਾਊਦ ਦੇ। ਔਰ ਉਦਣ ਨਿਆਉ ਵੀ ਪਰਮੇਸ਼ਰ ਦਾ ਆਇਆ। ਸੈਮੂਅਲ ਕਹਿੰਦਾ ਤੇਰਾ ਹੋਰ ਵੀ ਕੋਈ ਪੁੱਤਰ ਹੈਗਾ? ਕਹਿੰਦਾ ਹਾਂ, ਇੱਜੜ ਨੂੰ ਚਰਾਉਣ ਗਿਆ ਹੋਇਆ। ਕਹਿੰਦਾ ਉਹਨੂੰ ਸੱਦ, ਜਿੰਦਰ ਉਹ ਨਹੀਂ ਆਊਗਾ ਅਸੀਂ ਕਿਸੇ ਨੇ ਖਾਣ ਨਹੀਂ ਬੈਠਣਾ। ਫਿਰ ਇਹ ਆਇਤ ਪੂਰੀ ਹੋਈ ਹੈ ਨਾ, ਉਹਦੀ ਧਾਰਮਿਕਤਾ ਤੇ ਉਹਦਾ ਨਿਆਉ ਪੀਸੇ ਹੋਏ ਲੋਕਾਂ ਲਈ, ਦਬਾਏ ਹੋਏ ਲੋਕਾਂ ਦੇ ਲਈ ਪੂਰਾ ਹੋਇਆ। ਦਾਊਦ ਨੂੰ ਮੱਸਾ ਕੀਤਾ ਖੁਦਾ ਨੇ। ਹਾਲੇਲੂਇਆ। ਬੈਠ ਸਕਦੇ ਤੁਸੀਂ, ਇੱਧਰ ਬੈਠ ਸਕਦੇ, ਕਿਤੇ ਵੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਅਗਰ ਤੁਸੀਂ ਦਬਾਏ ਜਾ ਰਹੇ ਆ ਤੇ ਤੁਸੀਂ ਯੂਜ਼ ਕਰ ਸਕਦੇ ਇਸ ਸਮੇਂ ਨੂੰ ਪਰਮੇਸ਼ਰ ਦੀ ਪ੍ਰੈਜ਼ੈਂਸ ਜਾਣ ਲਈ। ਜਿੱਥੇ ਤੁਸੀਂ ਸਰੀਰ ਚਾਹੋਗੇ ਕਿ ਮੈਨੂੰ ਕੋਈ ਕਿੱਦਾਂ ਦਬਾ ਲਵੇ, ਮੈਨੂੰ ਕੋਈ ਕਿੱਦਾਂ ਵੱਧ ਕਹਿ ਜਾਵੇ, ਮੈਨੂੰ ਕੋਈ ਕੰਮ ਤੇ ਕਿੱਦਾਂ ਕਹਿ ਜਾਵੇ, ਜਿੱਦਾਂ ਤੁਸੀਂ ਸਰੀਰ ਚਾਹੋਗੇ ਔਰ ਤੁਸੀਂ ਝਗੜਾ ਕਰੋਗੇ, ਤੁਸੀਂ ਆਪਣੀ ਪ੍ਰੇਅਰ ਲਾਈਫ 'ਚ ਸਟਰਗਲ ਦੇਖੋਗੇ, ਕਿਉਂਕਿ ਤੁਸੀਂ ਸਰੀਰ ਦੇ ਅਕੋਰਡਿੰਗ ਚੱਲਣ ਲੱਗ ਪਏ। ਜਿੱਥੇ ਤੁਸੀਂ ਸਰੀਰ ਦੇ ਅਕੋਰਡਿੰਗ ਕੰਮ ਕਰੋਗੇ ਆਪਣੇ ਲਾਈਫ ਦੇ ਵਿੱਚ, ਤੁਸੀਂ ਪ੍ਰਾਰਥਨਾ 'ਚ ਸਟਰਗਲ ਕਰੋਗੇ। ਕਿੰਨੀ ਵਾਰੀ ਤੁਸੀਂ ਆਪਣੀ ਲਾਈਫ 'ਚ ਦੇਖਿਆ ਜਿੱਥੇ ਤੁਸੀਂ ਕਿਹਾ ਆ ਜਾਓ ਫਿਰ ਜਿਹਨੇ ਆਉਣਾ, ਪਰੇ ਕਰੋ ਕ੍ਰਿਸਚੈਨਿਟੀ ਨੂੰ। ਜਿੱਦਾਂ ਤੁਸੀਂ ਲੜੇ ਆ, ਤੁਸੀਂ ਦੇਖੋਗੇ ਪ੍ਰੇਅਰ 'ਚ ਮਨ ਨਹੀਂ ਲੱਗ ਰਿਹਾ ਹੁਣ। ਹਾਲੇਲੂਇਆ। ਪਰ ਜਿੱਥੇ ਹੀ ਤੁਸੀਂ ਕਹੋਗੇ ਕਿ ਯਹੋਵਾ ਦੇ ਧਾਰਮਿਕਤਾ ਦੇ ਕੰਮ ਤੇ ਯਹੋਵਾ ਦੇ ਨਿਆਉ ਸਭ ਪਿਸੇ ਹੋਏ ਲੋਕਾਂ ਦੇ ਲਈ ਆ, ਤੇ ਤੁਹਾਨੂੰ ਪਤਾ ਲੱਗੂਗਾ ਦਾਊਦ ਵੀ ਦਬਾਇਆ ਗਿਆ ਪਰਸਨ ਸੀਗਾ। ਕਿ ਜਿੰਨੇ ਮੋਰੇ ਸਮਝ ਰਿਹਾ ਨਾ, ਨੀਂਦ ਨੂੰ ਤਾਂ ਨਹੀਂ ਆ ਰਹੀ। ਹਾਲੇਲੂਇਆ। ਚੌਕਸ ਰਹਿਣਾ ਥੋੜੇ ਜਿਹਾ। ਹਾਲੇਲੂਇਆ। ਜਿੰਨੇ ਧਾਰਮਿਕਤਾ ਦੇ ਜਿਹੜੇ ਕੰਮ ਆ, ਜਦੋਂ ਜਦੋਂ ਤੁਹਾਨੂੰ ਕੋਈ ਦਬਾ ਰਿਹਾ ਵਾ, ਤੇ ਜੇ ਤਾਂ ਕੱਢਾਂਗੇ ਗਾਲਾਂ ਤੇ ਫਿਰ ਨਹੀਂ ਧਾਰਮਿਕਤਾ ਉਹਦੀ ਆਉਣੀ ਲਾਈਫ 'ਚ। ਤੇ ਜੇ ਮੂੰਹ ਨੂੰ ਬੰਦ ਰੱਖਾਂਗੇ ਔਰ ਸਮਝਾਂਗੇ ਕਿ ਪਰਮੇਸ਼ਵਰ ਧਾਰਮਿਕਤਾ ਕਿਹਨਾਂ ਦੇ ਲਈ ਕਰਦਾ, ਦਬਾਏ ਹੋਏ ਲੋਕਾਂ ਲਈ, ਤੇ ਫਿਰ ਘਰੇ ਜਾਓਗੇ ਉਹਦੀ ਧਾਰਮਿਕਤਾ ਤੁਹਾਡੇ ਅੰਦਰ ਪੈਦਾ ਹੋਊਗੀ। ਉਹਦੀ ਧਾਰਮਿਕਤਾ ਕੀ ਆ? ਉਹਦੇ ਵਰਗਾ ਸੁਭਾਅ, ਪ੍ਰਾਰਥਨਾ 'ਚ ਵਾਧਾ, ਪਵਿੱਤਰਤਾਈ 'ਚ ਵਾਧਾ, ਦਲੇਰੀ ਨਾਲ ਚੱਲਣਾ। ਹਾਲੇਲੂਇਆ। ਤੇ ਜੇ ਇਹਦੋਂ ਉਲਟ ਚੱਲਾਂਗੇ, ਜੇ ਇਹਦੋਂ ਉਲਟ ਚੱਲਾਂਗੇ ਵੀ ਲੈ ਜੀ ਫੋਨ ਕੀਤਾ ਕਿਸੇ ਨੇ ਸਾਡੇ ਨਾਲ ਖਿਲਾਫ ਕੋਈ ਗੱਲ ਕਹੀ, ਹੁਣ ਮੂੰਹ 'ਚੋਂ ਗਾਲਾਂ ਨਿਕਲ ਰਹੀਆਂ। ਹੁਣ ਅਸੀਂ ਕਹਿ ਰਹੇ ਮੈਂ ਦਬਾਇਆ ਹੋਇਆ ਨਹੀਂ ਰਹਿਣਾ, ਮੈਨੂੰ ਕੋਈ ਕੰਮ ਤੇ ਕਿੱਦਾਂ ਬੋਲ ਜਵੇ, ਤੇ ਫਿਰ ਆਇਤ ਨਹੀਂ ਪੂਰੀ ਹੋਣੀ। ਤੁਸੀਂ ਦੇਖੋਗੇ ਰਾਈਚਸਨੈਸ ਕਿਉਂ ਨਹੀਂ ਆ ਰਹੀ? ਚਰਚ ਜਾ ਕੇ ਐਕਟਿੰਗ ਹੀ ਹੋ ਰਹੀ ਆ, ਅਸਲੀ ਪਵਿੱਤਰਤਾ ਹੀ ਹੈ ਨਹੀਂ ਅੰਦਰ। ਫਿਰ ਇਦਾਂ ਹੀ ਕਵਾਂਗੇ ਅਸੀਂ, ਫਿਰ ਦਲੇਰੀ ਨਹੀਂ ਆਊਗੀ। ਹਾਲੇਲੂਇਆ। ਤੇ ਜੇ ਸਹੀ ਵਾਲੀ ਰਾਈਚਸਨੈਸ ਸਾਨੂੰ ਚਾਹੀਦੀ ਆ ਤਾਂ ਸਾਨੂੰ ਸਮਝਣਾ ਪੈਣਾ ਦਾਊਦ ਦਬਾਇਆ ਜਾ ਰਿਹਾ ਸੀ ਫੈਮਿਲੀ ਵੱਲੋਂ ਉਹਨੂੰ। ਤੇ ਦਾਊਦ ਨੇ ਨਹੀਂ ਅੱਗੋਂ ਕਿਹਾ ਆ ਜਾਓ ਫਿਰ ਜਿਹਨੇ ਆਉਣਾ, ਜਾਓ ਮੈਂ ਨਹੀਂ ਇੱਜ਼ਤ ਦੀ ਰਾਖੀ ਕਰਨੀ, ਜਾਓ ਮੈਂ ਨਹੀਂ ਪੇਰੈਂਟਸ ਦੀ ਇੱਜ਼ਤ ਕਰਨੀ ਕਿਉਂਕਿ ਮੈਨੂੰ ਇਗਨੋਰ ਕੀਤਾ ਜਾ ਰਿਹਾ। ਦਾਊਦ ਦਬਾਏ ਹੋਏ ਹੋਣ ਦੇ ਬਾਵਜੂਦ ਵੀ ਵਰਸ਼ਿਪ ਕਰ ਰਿਹਾ ਸੀ, ਆਤਮਾ 'ਚ ਹੀ ਰਹਿ ਰਿਹਾ ਸੀ ਔਰ ਪਰਮੇਸ਼ਰ ਦੀ ਰਾਈਚਸਨੈਸ ਵੱਧ ਰਹੀ ਸੀ। ਕਿੱਦਣ ਤੁਹਾਡੇ ਨਾਲ ਕਿਸੇ ਕੋਈ ਲੜਿਆ, ਜਿੱਦਣ ਤੁਸੀਂ ਆਪ ਗਵਾਹੀ ਦੇ ਸਕਦੇ ਆ, ਤੁਹਾਡੇ ਨਾਲ ਕੋਈ ਲੜਿਆ, ਤੁਹਾਡੇ ਨਾਲ ਕੋਈ ਗੁੱਸੇ 'ਚ ਬੋਲ ਗਿਆ ਪਰ ਤੁਸੀਂ ਨਹੀਂ ਗੁੱਸੇ 'ਚ ਬੋਲੇ, ਤੇ ਫਿਰ ਦੁਆ 'ਚ ਜਾਇਓ, ਦੇਖਿਓ ਕਿੱਦਾਂ ਉਹਦੀ ਰਾਈਚਸਨੈਸ ਤੁਹਾਡੇ ਅੰਦਰੋਂ ਨਿਕਲਦੀ, ਦੇਖਿਓ ਉਹਦੀ ਕਿੱਦਾਂ ਆਤਮਾ ਤੁਹਾਨੂੰ ਭਰਦਾ। ਤੁਹਾਡੇ ਜੋ ਸਾਰੇ ਗਵਾਹੀ ਦੇ ਸਕਦੇ ਆ। ਜਿੱਦਣ ਪਰ ਤੁਸੀਂ ਵੀ ਗੁੱਸੇ 'ਚ ਲੜੋਗੇ ਤਾਂ ਤੁਸੀਂ ਦੇਖੋਗੇ ਅੱਜ ਉਹਦੀ ਰਾਈਚਸਨੈਸ ਫਲੋ ਨਹੀਂ ਕਰ ਰਹੀ। ਹਾਲੇਲੂਇਆ। ਅੱਜ ਹੁਣ ਤੁਸੀਂ ਸਮਝਣਾ ਤੁਸੀਂ ਕਿੱਦਾਂ ਜੀਣਾ ਇਸ ਲਾਈਫ ਨੂੰ। ਹਾਲੇਲੂਇਆ। ਦਾਊਦ ਨੂੰ ਪਤਾ ਸੀ, ਬਾਈਬਲ 'ਚ ਲਿਖਿਆ ਯਿਸੂ ਮਸੀਹ ਨੂੰ ਤਾਨੇ ਮਾਰ ਰਿਹਾ ਸੀ। ਯਿਸੂ ਮਸੀਹ ਲਿਖਿਆ ਕੁਚਲਿਆ ਗਿਆ, ਤਾੜਿਆ ਗਿਆ, ਮਾਰਿਆ ਗਿਆ, ਪਰ ਉਹਨੇ ਮੂੰਹੋਂ ਕੁਝ ਨਹੀਂ ਬੋਲਿਆ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਦੇ ਅੰਦਰ ਪਰਮੇਸ਼ਰ ਦੀ ਰਾਈਚਸਨੈਸ ਵੱਧ ਚੁੱਕੀ ਸੀਗੀ ਤੇ ਨਿਆਉ ਹਲੇ ਹੋਣਾ ਸੀਗਾ। ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ ਤੇ ਨਿਆਉ ਵੀ ਆ ਗਿਆ। ਅੱਜ ਤੱਕ ਜੀਵਤ ਆ ਪਰਮੇਸ਼ਰ। ਹਾਲੇਲੂਇਆ। 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 ਹੁਣ ਤੁਸੀਂ ਦੇਖੋ ਆਪਣੀ ਲਾਈਫ ਦੇ ਹਰ ਕੋਨੇ 'ਚ ਸਰੀਰ ਦੇ ਅਕੋਰਡਿੰਗ ਚੱਲਣਾ ਔਰ ਇਹ ਕਹਿਣਾ ਕਿ ਨਹੀਂ ਮੈਨੂੰ ਕੌਣ ਦਬਾ ਸਕਦਾ। ਜੇ ਅੱਜ ਤੁਹਾਨੂੰ ਦਬਾਇਆ ਜਾ ਰਿਹਾ, ਓਪਰੈਸਡ ਵਾ ਤੁਸੀਂ ਕਿਸੇ ਵੀ ਹਿੱਸੇ 'ਚ, ਤਾਂ ਤੁਹਾਡੇ ਕੋਲ ਬਹੁਤ ਸੁਨਹਿਰੀ ਮੌਕਾ ਵਾ ਉਹਦੀ ਰਾਈਚਸਨੈਸ 'ਚ ਵਧਣ ਦਾ। ਔਰ ਔਨ ਦੀ ਅਦਰ ਸਾਈਡ ਤੁਸੀਂ ਆਪਣੀ ਅਥਾਰਟੀ ਦਾ ਗਲਤ ਇਸਤੇਮਾਲ ਕਰ ਸਕਦੇ ਆ ਤੇ ਫਿਰ ਸਪਿਰਚੁਅਲ ਲਾਈਫ 'ਚ ਸਟਰਗਲ ਕਰ ਸਕਦੇ ਆ ਤੁਸੀਂ। ਹਾਲੇਲੂਇਆ। ਮੈਂ ਤੇ ਇਹ ਆਇਤ ਨੂੰ ਪਸੰਦ ਕਰਾਂਗਾ ਔਰ ਇਹ ਆਇਤ ਨੂੰ ਲਵਾਂਗਾ। ਅਗਰ ਤੁਹਾਨੂੰ ਕੋਈ ਦਬਾਇਆ ਜਾ ਰਿਹਾ, ਕਿਸੇ ਵੀ ਹਿੱਸੇ 'ਚ ਤੁਹਾਨੂੰ ਦਬਾਇਆ ਜਾ ਰਿਹਾ, ਸਟਿਲ ਆਤਮਾ 'ਚ ਬਣੇ ਰਹੋ, ਸਟਿਲ ਪ੍ਰੈਜ਼ੈਂਸ ਜਾਓ, ਰੋਜ਼ ਸਟਿਲ ਪਰਮੇਸ਼ਰ ਦੀ ਹਜ਼ੂਰੀ 'ਚ ਜਾਓ, ਵਚਨ ਨੂੰ ਪੜੋ। ਪਤਾ ਕੀ ਹੋਊਗਾ? ਇੱਕ ਅਲੱਗ ਹੀ ਪਵਿੱਤਰਤਾਈ ਦਾ ਫਲੋ ਤੁਹਾਡੇ ਅੰਦਰੋਂ ਨਿਕਲੇਗਾ। ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਸਾਰਿਆਂ ਤੋਂ, ਕੀ ਜ਼ੋਰ ਦੇ ਨਾਲ ਤੁਸੀਂ ਫੋਨ ਤੋਂ ਬਚ ਸਕਦੇ ਆ?
ਫੋਨ ਤੇ ਮਾੜਾ ਜਿਹਾ ਖੋਲੋ, ਮੋਰੇ ਨੈਗੇਟਿਵ ਚੀਜ਼ਾਂ ਪਈਆਂ। ਕੀ ਤੁਸੀਂ ਇੱਕ ਦਿਨ ਬਚ ਜਾਓਗੇ? 2 ਦਿਨ ਬਚ ਜਾਓਗੇ? ਕੀ ਤੁਸੀਂ ਬਚ ਸਕਦੇ ਆਪਣੇ ਜ਼ੋਰ ਨਾਲ ਫੋਨ ਤੋਂ? ਕੀ ਚੱਲ ਸਕਦੇ ਅਸੀਂ ਪਵਿੱਤਰਤਾਈ 'ਚ ਆਪਣੇ ਜ਼ੋਰ ਨਾਲ? ਫਿਰ ਸਾਨੂੰ ਕਿਹਦੀ ਲੋੜ ਆ ਕਿ ਉਹ ਰਾਈਚਸਨੈਸ ਸਾਡੇ ਅੰਦਰ ਪੈਦਾ ਕਰੇ। ਉਹ ਕਿੱਦਾਂ ਪੈਦਾ ਕਰੂਗਾ? ਜੇ ਅਸੀਂ ਸਰੀਰ 'ਚ ਨਾ ਆਈਏ। ਪਰ ਅਸੀਂ ਸਰੀਰ 'ਚ ਆ ਜਾਂਦੇ ਹਾਂ। ਮੈਂ ਕੱਲ ਦੀ ਮੀਟਿੰਗ 'ਚ ਦੱਸਿਆ ਕਿ ਇੱਕ ਪ੍ਰਭੂ ਦੇ ਦਾਸ ਸਾਨੂੰ ਸਿਖਾ ਰਿਹਾ ਸੀ। ਇੱਕ ਵਾਰੀ ਉਹ ਕਹਿੰਦੇ ਇੱਕ ਪਾਸਟਰ ਪ੍ਰੀਚ ਕਰ ਰਿਹਾ ਸੀ, ਜੇ ਤੇਰੀ ਸੱਜੀ ਗੱਲ ਤੇ ਕੋਈ ਥੱਪੜ ਮਾਰੇ ਤੇ ਤੂੰ ਕੀ ਕਰ, ਦੂਜੀ ਵੀ ਗੱਲ ਉਹਦੇ ਮੋਰੇ ਘੁਮਾ ਦੇ। ਤੇ ਥੱਲੇ ਕੋਈ ਬੰਦਾ ਪ੍ਰਚਾਰ ਸੁਣ ਰਿਹਾ ਸੀ, ਉਹਨੇ ਆ ਕੇ ਇੱਕ ਥੱਪੜ ਮਾਰਤਾ। ਪਾਸਟਰ ਨੇ ਵੀ ਅੱਗੋਂ ਥੱਪੜ ਮਾਰਤਾ। ਹਾਲੇਲੂਇਆ। ਤੇ ਉਹ ਕਹਿੰਦਾ ਜੀ ਜਨਾਬ ਇਹ ਕਿਹੜੀ ਗੱਲ ਹੋਈ, ਤੁਸੀਂ ਤਾਂ ਪ੍ਰਚਾਰ ਕਰ ਰਹੇ ਸੀ। ਉਹ ਕਹਿੰਦਾ ਲਿਖਿਆ ਸੀ ਸੱਜੀ ਗੱਲ ਤੇ ਤੂੰ ਖੱਬੀ ਤੇ ਮਾਰਿਆ ਸੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਵਾਰੀ ਬੁਲੰਦ ਆਵਾਜ਼ ਕਹੀਏ ਹਾਲੇਲੂਇਆ। ਹੁਣ ਪਾਸਟਰ ਨੂੰ ਇਹ ਗੱਲ ਸਮਝ, ਇਹ ਸੱਚੀ ਸਟੋਰੀ ਨਹੀਂ ਹੈ, ਉਹਨਾਂ ਨੇ ਸਾਨੂੰ ਸਿਖਾਉਣ ਨੂੰ ਗੱਲ ਕਹੀ ਸੀ। ਉਹਨਾਂ ਨੇ ਸਾਨੂੰ ਸਿਖਾਉਣ ਨੂੰ ਮਤਲਬ ਕੀ ਸੀਗਾ ਕਿ ਸੱਜੀ ਹੋਵੇ ਖੱਬੀ ਹੋਵੇ, ਇਹ ਤੈਨੂੰ ਸਮਝਣ ਦੀ ਲੋੜ ਆ। ਗੱਲ ਤੇ ਕਲਾਮ ਦੀ ਆ ਨਾ। ਕਈ ਲੋਕੀ ਉਤਲੀ ਨਰਮਾਈ ਆ, ਅੰਦਰੋਂ ਕੋਈ ਨਰਮਾਈ ਨਹੀਂ ਗੀ। ਬਸ ਇੱਕ ਦਿਖਾਵੇ ਦੀ ਨਰਮਾਈ, ਮੈਂ ਬੜਾ ਨਮਰ ਹਾਂ, ਬੜੀ ਮੈਂ ਨਮਰ ਹਾਂ। ਅਸਲੀ ਰੂਪ ਕੁਝ ਹੋਰ ਹੀ ਹੁੰਦਾ। ਹਾਲੇਲੂਇਆ, ਹਾਲੇਲੂਇਆ। ਨਹੀਂ 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 ਨਹੀਂ, ਕਹਿੰਦਾ ਯਹੋਵਾ ਦੀ ਧਾਰਮਿਕਤਾ। ਪੰਜਾਬੀ 'ਚ ਧਰਮ ਲਿਖਿਆ, ਧਰਮ ਨਹੀਂ ਆ, ਉਹਦੀ ਧਾਰਮਿਕਤਾ। ਯਾਨੀ ਉਹਦਾ ਸੁਭਾਅ, ਉਹਦੇ ਕੰਮ, ਉਹਦੇ ਫਲ, ਉਹਦਾ ਮਸਾ ਕਿਹਨਾਂ ਲਈ ਆ? ਜਿਹੜੇ ਦਬਾਏ ਹੋਏ ਲੋਕ ਆ। ਹਾਲੇਲੂਇਆ। ਅਗਰ ਤੁਹਾਨੂੰ ਕੋਈ ਦਬਾ ਰਿਹਾ ਵਾ, ਬਣੇ ਰਹੋ ਪ੍ਰਭੂ 'ਚ। ਤੁਹਾਡੇ ਤੇ ਧੱਕਾ ਹੋ ਰਿਹਾ, ਬਣੇ ਰਹੋ ਪ੍ਰਭੂ 'ਚ। ਲੋਕ ਤੁਹਾਡੇ ਤੇ ਜਾਦੂ ਟੂਣਾ ਕਰ ਰਹੇ, ਬਣੇ ਰਹੋ ਪ੍ਰਭੂ 'ਚ। ਜਾਦੂ ਟੂਣਾ ਨਹੀਂ ਚੱਲੇਗਾ। ਤੇ ਜੇ ਤੁਸੀਂ ਸਰੀਰ ਦੇ ਅਕੋਰਡਿੰਗ ਚੱਲੋਗੇ ਫਿਰ ਜਾਦੂ ਟੂਣਾ ਚੱਲੂਗਾ। ਫਿਰ ਤੁਸੀਂ ਕਹੋਗੇ ਨਹੀਂ ਯਾਕੂਬ ਤੇ ਜਾਦੂ ਟੂਣਾ ਨਹੀਂ ਚੱਲਦਾ, ਮੇਰੇ ਤੇ ਕਾਹਤੋਂ ਚੱਲਿਆ? ਕਿਉਂਕਿ ਤੁਸੀਂ ਆਤਮਾ 'ਚ ਨਹੀਂ ਬਣੇ ਰਹੇ, ਸਰੀਰ ਦੇ ਅਕੋਰਡਿੰਗ ਨਹੀਂ, ਆਤਮਾ 'ਚ। ਹਾਲੇਲੂਇਆ। ਬੁਲੰਦ ਆਵਾਜ਼ ਕਹੀਏ ਹਾਲੇਲੂਇਆ। ਇੱਕ ਵਾਰੀ ਫਿਰ ਤੋਂ ਕਹੀਏ ਹਾਲੇਲੂਇਆ। ਕਿੰਨਿਆਂ ਨੂੰ ਵਚਨ ਸਮਝ ਆ ਰਿਹਾ ਕਿ ਯਹੋਵਾ ਦੀ ਧਾਰਮਿਕਤਾ ਤੇ ਉਹਦਾ ਨਿਆਂ ਕਿਹਨਾਂ ਦੇ ਲਈ? ਦਬਾਏ ਹੋਏ, ਓਪਰੈਸਡ ਲੋਕਾਂ ਲਈ। ਤੇ ਅੱਜ ਅਸੀਂ ਕੀ ਕਰਦੇ ਹਾਂ? ਮੈਂ ਐਗਜ਼ਾਮਪਲ ਦਿੱਤੀ ਸੀ, ਇਹਨੂੰ ਐਗਜ਼ਾਮਪਲ ਹੀ ਸਮਝਣਾ ਕਿ ਅਗਰ ਤੁਸੀਂ ਕਿਸੇ ਜਗ੍ਹਾ ਤੇ ਜਾਣੇ, ਤੁਹਾਨੂੰ ਆਨਰ ਨਹੀਂ ਮਿਲਦਾ, ਠੀਕ ਆ, ਔਰ ਤੁਹਾਨੂੰ ਲੱਗਦਾ ਕਿ ਨਹੀਂ ਵਚਨ ਦੇ ਅਕੋਰਡਿੰਗ ਆਨਰ ਮਿਲਣਾ ਚਾਹੀਦਾ ਸੀ, ਤਾਂ ਤੁਸੀਂ ਕੀ ਕਰੋ? ਤੁਸੀਂ ਲੜਨ ਲੱਗ ਪੋ। ਤੇ ਇਹਦਾ ਮਤਲਬ ਤੁਸੀਂ ਸੱਚਮੁੱਚ ਆਤਮਾ 'ਚ ਵਾਂ ਜਾਂ ਸਰੀਰ 'ਚ ਆ? ਸਰੀਰ 'ਚ ਆ ਤੁਸੀਂ। ਤਾਂ ਫਿਰ ਤੁਸੀਂ ਦੇਖੋਗੇ ਯਾਰ ਰੀਅਲੀ ਮੇਰੀ ਲਾਈਫ 'ਚ ਪਵਿੱਤਰ ਆਤਮਾ ਹੈਲਪ ਮਿਲ ਨਹੀਂ ਰਹੀ ਮੈਨੂੰ। ਪਵਿੱਤਰ ਆਤਮਾ ਦੀ ਸਟਰਗਲ ਮੈਂ ਕਿਉਂ ਸਪਿਰਿਚੁਅਲ ਲਾਈਫ 'ਚ ਕਰ ਰਿਹਾ? ਕਿਉਂ ਪ੍ਰਾਰਥਨਾ ਵਾਲੇ ਜੀਵਨ 'ਚ ਮਦਦ ਨਹੀਂ ਗੀ? ਹਾਲੇਲੂਇਆ। ਕਿਉਂ ਪ੍ਰਾਰਥਨਾ 'ਚ ਪਰਮੇਸ਼ਰ ਦਾ ਆਤਮਾ? ਮੈਂ ਕੱਲ ਵੀ ਦੱਸ ਰਿਹਾ ਸੀ ਕਿ ਇੱਕ ਵਾਰ ਤੁਸੀਂ ਬਾਈਬਲ ਪੜ੍ਹਦੇ ਆ ਦੇਖੋ ਬਾਈਬਲ ਪੜ੍ਹ ਰਹੇ ਔਰ ਇਦਾਂ ਅੱਖ ਲੱਗ ਰਹੀ ਆ, ਅੱਖਾਂ ਲੱਗ ਰਹੀਆਂ, ਅਵਾਂਸੀਆਂ ਲੈ ਰਹੇ ਤੁਸੀਂ, ਔਰ ਆਖਰਕਾਰ ਅਵਾਂਸੀਆਂ ਇੰਨੀਆਂ ਆਈਆਂ, ਅੱਖ ਹੀ ਇੰਨੀ ਵਾਰੀ ਲੱਗੀ ਬਾਈਬਲ ਪੜ੍ਹਦੇ ਆ, ਤੁਸੀਂ ਆਖਰਕਾਰ ਆਮੀਨ ਕਹਿਤਾ। ਹਾਲੇਲੂਇਆ। ਸਿਸਟਰ ਜਿਹੜੀ ਸਫਾਈ ਕਰਨੀ ਤੁਸੀਂ ਕਰ ਲਓ, ਹੁਣ ਰਾਈਟ ਕਲਾਮ ਸੁਣਨ ਦਾ ਟਾਈਮ ਆ। ਪਲੀਜ਼ ਪਲੀਜ਼ ਅਨੋਇੰਟਿੰਗ ਫਲੋ ਕਰਦੀ ਹੈ ਤੁਸੀਂ। ਹਾਲੇਲੂਇਆ। ਕੇਅਰ ਕਰੋ ਇਸ ਚੀਜ਼ ਦੀ। ਹਾਲੇਲੂਇਆ, ਹਾਲੇਲੂਇਆ। ਅਨੋਇੰਟਿੰਗ ਵਰਕ ਕਿੱਦਾਂ ਕਰਦੀ ਉਹਨੂੰ ਸਮਝਣਾ ਤੁਸੀਂ। ਹਾਲੇਲੂਇਆ, ਹਾਲੇਲੂਇਆ। ਔਰ ਤੁਸੀਂ ਆਖਰਕਾਰ ਇੰਨੀਆਂ ਵਾਂਸੀਆਂ ਆਈਆਂ, ਬਾਈਬਲ ਪੜ੍ਹਦੇ ਇੰਨੀ ਅੱਖ ਲੱਗੀ, ਤੁਸੀਂ ਆਮੀਨ ਕਹਿਤਾ। ਤੇ ਪਰ ਇੱਕ ਲਾਈਫ ਇਹ ਵੀ ਆ ਕਿ ਤੁਸੀਂ ਬਾਈਬਲ ਪੜ੍ਹ ਰਹੇ, ਉਹਦਾ ਆਤਮਾ ਇੱਕ ਇੱਕ ਆਇਤ ਤੇ ਤੁਹਾਨੂੰ ਸਮਝਾ ਰਿਹਾ, ਇੱਕ ਇੱਕ ਆਇਤ ਤੇ 10-10 ਚੀਜ਼ਾਂ ਖੋਲ ਰਿਹਾ ਤੁਹਾਡੀ ਲਾਈਫ ਤੇ। ਔਰ ਤੁਹਾਨੂੰ ਲੱਗ ਰਿਹਾ ਕਿ ਮੈਂ ਇੱਕ ਬਾਪ ਪੜ੍ਹਨਾ ਸੀਗਾ, ਪਰ ਤੁਹਾਨੂੰ ਲੱਗਾ ਨਹੀਂ 2 ਆਇਤਾਂ ਹੀ ਇਨਫਾ, ਇੰਨਾ ਕੁਝ ਪ੍ਰਭੂ ਨੇ ਦੇ ਦਿੱਤਾ ਇਹਦੇ ਵਿੱਚੋਂ। ਹਾਲੇਲੂਇਆ, ਹਾਲੇਲੂਇਆ। ਹੁਣ ਦੱਸੋ ਕਿਹੜੀ ਲਾਈਫ ਚਾਹੀਦੀ? ਸਟਰਗਲ ਵਾਲੀ ਜਾਂ ਫਲੋ ਵਾਲੀ? ਕਿਹੜੀ ਲਾਈਫ ਚਾਹੀਦੀ? ਤੁਸੀਂ ਚੱਲੋ ਜਾਂ ਉਹ ਚਲਾਵੇ? ਕਿਹੜੀ ਲਾਈਫ ਚਾਹੀਦੀ ਆ ਕਿ ਪ੍ਰਾਰਥਨਾ ਉਹ ਚਲਾਵੇ ਜਾਂ ਮੈਂ ਪ੍ਰਾਰਥਨਾ ਕਰਾਂ? ਜਿੱਥੇ ਕਿ ਸੰਘਰਸ਼ ਵਾ। ਅੱਜ ਕ੍ਰਿਸਚਨ ਸੰਘਰਸ਼ ਕਰ ਰਹੇ ਆ, ਨਹੀਂ ਯਾਰ ਮੇਰੇ ਤੋਂ ਪ੍ਰੇ ਨਹੀਂ ਹੁੰਦੀ, ਨਹੀਂ ਮੇਰੇ ਤੋਂ ਪਵਿੱਤਰਤਾ ਹੀ ਮੇਨਟੇਨ ਨਹੀਂ ਹੁੰਦੀ, ਨਹੀਂ ਮੇਰੇ ਤੋਂ ਮੱਸੇ 'ਚ ਵੱਧ ਨਹੀਂ ਹੋ ਰਿਹਾ। ਵਜ੍ਹਾ ਕੀ ਆ? ਤੁਸੀਂ ਆਪ ਕਰਨਾ ਚਾਹੁੰਦੇ, ਤੁਸੀਂ ਨਹੀਂ ਕਰ ਸਕਦੇ। 100 ਵਾਰੀ ਕੋਸ਼ਿਸ਼ ਕਰ ਲਓ, ਜਦੋਂ ਉਹ ਕਰਵਾਵੇਗਾ ਤੁਸੀਂ ਕਰ ਸਕੋਗੇ। ਹਾਲੇਲੂਇਆ। ਤੇ ਉਹ ਕਰਵਾਵੇਗਾ ਪਤਾ ਕਦੋਂ? ਇੱਕ ਦਿਨ ਪਤਾ ਕੀ ਹੋਇਆ? ਸਾਡੇ ਨਾਲ ਕੋਈ ਪਰਸਨ ਲੜ ਪਿਆ,
ਲੜ ਪਿਆ, ਬੜਾ ਤੱਤਾ ਸਾਨੂੰ ਬੋਲਿਆ। ਔਰ ਮੈਂ ਦੁਆ ਕਰ ਰਿਹਾ ਸੀ, ਖੁਦਾ ਬਸ ਸਾਡੇ ਮੂੰਹ ਚੋਂ ਕੁਛ ਨਾ ਨਿਕਲੇ, ਸਾਡੇ ਮੂੰਹ ਚੋਂ ਬਚਾ ਰੱਖੀ। ਔਰ ਅਸੀਂ ਸੱਚਮੁੱਚ ਕੁਛ ਨਹੀਂ ਬੋਲਿਆ। ਜਦੋਂ ਮੈਂ ਆਪਣੇ ਪ੍ਰੇਅਰ ਰੂਮ 'ਚ ਵੜਿਆ ਔਰ ਮੈਨੂੰ ਇਹ ਵਚਨ ਪੂਰਾ ਮੇਰੀ ਲਾਈਫ 'ਚ ਹੋ ਰਿਹਾ ਸੀ, ਉਦੋਂ ਖੁਦਾ ਨੇ ਮੈਨੂੰ ਹੋਰ ਆਪਣੀ ਧਾਰਮਿਕਤਾ ਨਾਲ ਭਰਿਆ, ਕਿਉਂਕਿ ਉਹਦੇ ਵਚਨ ਓਪਰੈਸਡ ਦਬਾਏ ਹੋਏ ਲੋਕਾਂ ਲਈ ਆ। ਹਾਲੇਲੂਇਆ। ਔਰ ਜੇ ਤੁਸੀਂ ਕਹੋ ਮੈਂ ਵੀ ਆਕੜਨਾ ਵਾ, ਮੈਂ ਸਰੀਰ ਨੂੰ ਵਿੱਚ ਲੈ ਕੇ ਆਉਣਾ ਵਾ, ਮੈਂ ਸਰੀਰ ਦੇ ਅਕੋਰਡਿੰਗ ਚੱਲਣਾ ਵਾ, ਤਾਈਓ ਸਟਰਗਲ ਆ ਆਤਮਿਕ ਜੀਵਨਾਂ 'ਚ। ਕੁਝ ਲੋਕਾਂ ਦੇ ਆਤਮਿਕ ਜੀਵਨਾਂ 'ਚ ਸਟਰਗਲ ਆ ਯਾਰ। ਕੀ ਆ, ਪੂਰਾ ਸੰਡੇ ਮਸੇ ਨਾਲ ਭਰ ਕੇ ਜਾਂਦੇ ਆ, ਮੰਡੇ ਟਿਊਜ਼ਡੇ ਫਿਰ ਸਰੀਰਕ ਹੋਏ ਹੁੰਨੇ ਅਸੀਂ, ਮਜ਼ਾ ਨਹੀਂ ਆਉਂਦਾ, ਦੁਆ 'ਚ ਦਿਲ ਨਹੀਂ ਲੱਗਦਾ, ਪਵਿੱਤਰਤਾ ਹੀ ਨਹੀਂ ਰੱਖ ਹੋ ਰਹੀ। ਵਜ੍ਹਾ ਕੀ ਆ? ਵਜ੍ਹਾ ਇਹ ਤੁਸੀਂ ਦਬਾਏ ਹੋਏ। ਜਦੋਂ ਤੁਹਾਨੂੰ ਕੋਈ ਦਬਾਉਂਦਾ ਵਾ, ਤੁਸੀਂ ਸਰੀਰ ਦੇ ਅਕੋਰਡਿੰਗ ਕਹਿੰਦੇ ਮੈਨੂੰ ਕੌਣ ਦਬਾਵੇ। ਹਾਲੇਲੂਇਆ। ਤੁਸੀਂ ਸਰੀਰ ਨੂੰ ਵਿੱਚ ਲੈ ਕੇ ਆਉਨੇ ਆ। ਪਰ ਜੇ ਤੁਸੀਂ ਆਤਮਾ 'ਚ ਬਣੇ ਰਹੋ, ਤੁਹਾਨੂੰ ਪਤਾ ਹੋਊਗਾ ਇਹੀ ਤਾਂ ਮਜ਼ੇਦਾਰ ਲਾਈਫ ਆ। ਦਾਊਦ ਆਤਮਾ 'ਚ ਬਣਿਆ ਹੋਇਆ ਸੀ। ਚਾਹੇ ਮੈਨੂੰ ਦਬਾਇਆ ਜਾ ਰਿਹਾ, ਮੈਂ ਆਤਮਾ 'ਚ ਬਣੇ ਰਹਿਣਾ। ਚਾਹੇ ਮੈਨੂੰ ਇਗਨੋਰ ਕੀਤਾ ਜਾ ਰਿਹਾ, ਮੈਂ ਆਤਮਾ 'ਚ ਬਣੇ ਰਹਿਣਾ। ਤੇ ਪਰਮੇਸ਼ਵਰ ਦੀ ਰਾਈਚਸਨੈਸ ਵਧਦੀ ਜਾ ਰਹੀ ਸੀ। ਇੱਕ ਬੰਦੇ ਦੇ ਅੰਦਰ ਜਦੋਂ ਪ੍ਰਭੂ ਪਵਿੱਤਰਤਾਈ ਭਰੇ ਤਾਂ ਫਿਰ ਉਹ ਪਵਿੱਤਰਤਾਈ ਰੱਖ ਵੀ ਸਕੂਗਾ। ਤੇ ਇੱਕ ਬੰਦੇ ਜਿਹਦੇ ਪ੍ਰਭੂ ਪਵਿੱਤਰਤਾਈ ਨਾ ਭਰੇ ਤਾਂ ਕੋਸ਼ਿਸ਼ਾਂ ਕਰੇਗਾ, ਇੱਕ ਦਿਨ ਹਾਰ ਜਾਊਗਾ। ਹਾਲੇਲੂਇਆ। ਜਦੋਂ ਪ੍ਰਭੂ ਪਵਿੱਤਰਤਾਈ 'ਚ ਚਲਾਵੇਗਾ ਤੇ ਪ੍ਰਭੂ ਕਿੱਦਾਂ ਚਲਾਊਗਾ? ਦਾਊਦ ਨੂੰ ਚਲਾ ਰਿਹਾ ਸੀ। ਦਾਊਦ ਦੇ ਅੰਦਰ ਪਵਿੱਤਰਤਾ ਹੀ ਭਰ ਰਿਹਾ ਸੀ, ਐਵਰੀਡੇ ਦਲੇਰੀ ਭਰ ਰਿਹਾ ਸੀ। ਕਹਿੰਦਾ ਗੋਲੀਅਤ ਨੂੰ ਤੂੰ ਮਾਰਨਾ ਵਾ, ਪਰ ਮੈਂ ਤੈਨੂੰ ਦੱਸਣਾ ਨਹੀਂ ਕਦੋਂ ਮਾਰਨਾ, ਤੇ ਜਾਂ ਤੂੰ ਮਾਰਨਾ ਵੀ ਆ, ਅੱਜ ਤੂੰ ਸ਼ੇਰ ਨੂੰ ਮਾਰ, ਅੱਜ ਤੂੰ ਰਿਛ ਨੂੰ ਮਾਰ। ਕਿਉਂਕਿ ਧਾਰਮਿਕਤਾ ਵੱਧ ਰਹੀ ਸੀਗੀ। ਸਮਝ ਪਾ ਰਹੇ ਵਚਨ ਨੂੰ? ਧਾਰਮਿਕਤਾ ਵੱਧ ਰਹੀ ਸੀਗੀ ਅੰਦਰ। ਹਾਲੇਲੂਇਆ। ਧਾਰਮਿਕਤਾ, ਰਾਈਚਸਨੈਸ, ਪਰਮੇਸ਼ਰ ਦਾ ਸੁਭਾਅ ਵੱਧ ਰਿਹਾ ਸੀ। ਕੋਈ ਸਟਰਗਲ ਨਹੀਂ ਸੀ ਦਾਊਦ ਦੀ ਸਪਿਰਚੁਅਲ ਲਾਈਫ 'ਚ। ਵਜ੍ਹਾ ਪਤਾ ਕੀ ਸੀ? ਕਿਉਂਕਿ ਦਬਾਇਆ ਹੋਇਆ ਸੀਗਾ ਫੈਮਿਲੀ ਵੱਲੋਂ, ਇਗਨੋਰ ਕੀਤਾ ਗਿਆ ਸੀ, ਪਰ ਆਤਮਾ 'ਚ ਚੱਲ ਰਿਹਾ ਸੀ। ਤਾਂ ਫਿਰ ਇੱਕ ਦਿਨ ਨਿਆਂ ਵੀ ਜ਼ਾਹਰ ਹੋ ਗਿਆ। ਸੈਮੂਅਲ ਨਬੀ ਆਇਆ, ਕਹਿੰਦਾ ਸਾਰੇ ਰਿਜੈਕਟ ਕਰਤੇ ਪ੍ਰਭੂ ਨੇ, ਉਹ ਜਿਹੜਾ ਦਬਾਇਆ ਹੋਇਆ ਨਾ ਉਹਨੂੰ ਲੈ ਕੇ ਆਓ, ਅੱਜ ਉੱਤੇ ਨਿਆਂ ਪਰਮੇਸ਼ਰ ਦਾ ਆ ਗਿਆ ਵਾ। ਹਾਲੇਲੂਇਆ। ਹਾਲੇਲੂਇਆ। ਸੱਚੀ ਦੱਸੋ ਕਿੰਨਾਂ ਨੂੰ ਵਚਨ ਸਮਝ ਆ ਰਿਹਾ? ਹਾਲੇਲੂਇਆ। ਹਾਲੇਲੂਇਆ। ਇੱਕ ਦਬਾਇਆ ਹੋਇਆ ਜਿਹੜਾ ਸੀ ਨਾ, ਉਹਦੇ ਅੰਦਰ ਧਾਰਮਿਕਤਾ ਵੱਧ ਰਹੀ ਸੀ। ਜਦੋਂ ਧਾਰਮਿਕਤਾ ਵੱਧ ਰਹੀ ਸੀ ਤਾਂ ਨਿਆਂ ਵੀ ਆ ਗਿਆ। ਜਿਹੜਾ ਦਬਾਇਆ ਹੋਇਆ, ਇਗਨੋਰ ਕੀਤਾ ਹੋਇਆ, ਪਰਮੇਸ਼ਰ ਨੇ ਉਹਨੂੰ ਸੱਦ ਕੇ ਮਸਾ ਕੀਤਾ। ਅੱਜ ਮੈਂ ਤੁਹਾਨੂੰ ਦੱਸਦਾ, ਅਗਰ ਤੁਸੀਂ ਦਬਾਏ ਹੋਏ ਆ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਤੇ ਬਸ ਆਤਮਾ 'ਚ ਬਣੇ ਰਹਿਣਾ, ਸਰੀਰ 'ਚ ਨਾ ਆਉਣਾ। ਜੇ ਤੁਸੀਂ ਆਤਮਾ ਦੇ ਦੁਆਰਾ ਚੱਲੋਗੇ, ਤੁਹਾਨੂੰ ਸੱਦ ਕੇ ਬਲੈਸ ਕਰੇਗਾ, ਸੱਦ ਕੇ ਮਸਾ ਕਰੇਗਾ, ਸੱਦ ਕੇ ਉੱਚਾ ਕਰੇਗਾ। ਹਾਲੇਲੂਇਆ। 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 ਕੁਝ ਸੇਵਕ ਆ, ਉਹ ਸੇਵਾ ਕਰਨਾ ਚਾਹੁੰਦੇ ਆ, ਸੇਵਾ ਕਰਨਾ ਚਾਹੁੰਦੇ, ਪਰ ਸਰੀਰ 'ਚ ਰਹਿੰਦੇ ਆ। ਜੇ ਦਬਾਏ ਹੋਏ ਆ ਨਾ, ਆਤਮਾ 'ਚ ਨਹੀਂ ਆਉਣਗੇ। ਪ੍ਰੇਅਰ ਕਰਕੇ ਜਦੋਂ ਸੇਵਾ ਕਰਨ ਆਉਣਾ, ਉਦੋਂ ਵੀ ਪ੍ਰੇਅਰ ਕਰਕੇ ਨਹੀਂ ਆਉਣਾ। ਤੇ ਫਿਰ ਕਹਿਣਾ ਸ਼ਾਇਦ ਸਾਨੂੰ ਕੋਈ ਦਬਾ ਰਿਹਾ। ਤੁਹਾਨੂੰ ਕੋਈ ਨਹੀਂ ਦਬਾ ਰਿਹਾ, ਤੁਹਾਨੂੰ ਪਰਮੇਸ਼ਵਰ ਨੇ ਪਿੱਛੇ ਕੀਤਾ ਹੋਇਆ। ਜੇ ਤੁਸੀਂ ਦੁਆ 'ਚ ਰਹੋ, ਰਾਈਚਸਨੈਸ ਵਧੇ ਤੁਹਾਡੇ ਅੰਦਰ, ਤਾਂ ਨਿਆਂ ਵੀ ਉਹਦਾ ਤੁਹਾਡੇ ਉੱਤੇ ਆਵੇ। ਹਾਲੇਲੂਇਆ। ਹਾਲੇਲੂਇਆ। ਸੇਵਾ ਕਰਨ ਵਾਲੇ ਲੋਕ ਆ, ਕਈ ਉਹਨਾਂ ਨੂੰ ਕਈ ਦਿਨ ਹੋ ਗਿਆ ਪ੍ਰੇਅਰ ਹੀ ਨਹੀਂ ਕੀਤੀ। ਦੱਸੋ ਪ੍ਰਭੂ ਕਿੱਦਾਂ ਤੁਹਾਨੂੰ ਨਿਆਂ ਤੁਹਾਡੇ ਤੇ ਲੈ ਕੇ ਆਵੇ ਪ੍ਰਭੂ। ਹਾਲੇਲੂਇਆ। 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 ਮੂਸਾ ਦੀ ਲਾਈਫ ਤੇ ਗੌਰ ਕਰੋ। ਮੂਸਾ ਕਹਿੰਦਾ ਮੈਂ ਇਹਨਾਂ ਦਾ ਸੇਵੀਅਰ ਬਣਨਾ। ਬਚਪਨ ਤੋਂ ਦੇਖਦਾ ਆ ਰਿਹਾ ਸੀ, ਮੈਂ ਕੁਛ ਕਰਨਾ ਚਾਹੁੰਦਾ, ਆਪਣੇ ਭਰਾਵਾਂ ਲਈ ਕੁਛ ਕਰਨਾ ਚਾਹੁੰਦਾ, ਕੁਛ ਕਰਨਾ ਚਾਹੁੰਦਾ। ਪਰ ਕੀ ਹੋਇਆ? ਜਦੋਂ ਕੀਤਾ ਤੇ ਕਿਸੇ ਨੇ ਐਕਸੈਪਟ ਨਹੀਂ ਕੀਤਾ, ਤਾਂ ਸਗੋਂ ਉਹਨੂੰ ਫਿਰੌਨ ਤੋਂ, ਉਸ ਮਜ਼ੇਦਾਰ ਜ਼ਿੰਦਗੀ ਤੋਂ ਭੱਜਣਾ ਪਿਆ, ਉਜਾੜ 'ਚ ਭੱਜਣਾ ਪਿਆ। ਪਰ ਸਿਰਫ ਔਰ ਸਿਰਫ ਪਰਮੇਸ਼ਵਰ ਦੀ ਉਸ ਬੁਲਾਹਟ ਦਾ ਕਰਕੇ ਦਬਾਇਆ ਹੋਇਆ ਬਣਿਆ, ਇਗਨੋਰ ਕੀਤਾ ਗਿਆ, ਆਪਦੀ ਪੋਜੀਸ਼ਨ ਵੀ ਛੱਡ ਦਿੱਤੀ। ਤਾਂ ਪਰਮੇਸ਼ਵਰ ਨੇ ਆਪਣੀ ਰਾਈਚਸਨੈਸ ਉਹਨਾਂ 40 ਸਾਲਾਂ ਜਦੋਂ ਉਜਾੜ 'ਚ ਰਿਹਾ, ਉਹਦੀ ਲਾਈਫ 'ਚ ਵਧਾਉਂਦਾ ਗਿਆ। ਤੇ ਜਦੋਂ ਨਿਆਂ ਆਇਆ ਤਾਂ ਬਲਦੀ ਝਾੜੀ 'ਚ ਉਹਨੂੰ ਨਜ਼ਰ ਆਈ, ਤੇ ਪਰਮੇਸ਼ਰ ਦੀ ਆਵਾਜ਼ ਆਈ, ਮੂਸਾ ਜੁੱਤੀ ਲਾ ਦੇ, ਇਹ ਜਗ੍ਹਾ ਪਵਿੱਤਰ ਆ। ਔਰ ਮੂਸਾ ਨੂੰ ਅਥਾਰਟੀ ਦਿੱਤੀ ਔਰ ਨਿਆਂ ਭੇਜਿਆ ਮੂਸਾ ਦੇ ਨਾਲ ਇਸਰਾਇਲ ਦੇ ਵਿੱਚ, ਮਿਸਰ ਦੇ ਵਿੱਚ। ਹਾਲੇਲੂਇਆ। ਫਿਰ ਵਚਨ ਪੂਰਾ ਹੋਇਆ ਨਾ, ਧਾਰਮਿਕਤਾ ਤੇ ਨਿਆਂ ਦਬਾਏ ਹੋਏ ਲੋਕਾਂ ਲਈ ਆ। ਮੈਨੂੰ ਪਵਿੱਤਰ ਆਤਮਾ ਨੇ ਅੱਜ ਸਵੇਰ ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀ, ਦੱਸਿਆ ਕਿ ਮਾਂ ਮਰੀਮ ਇੱਕ ਦਬਾਈ ਹੋਈ ਔਰਤ ਸੀ। ਮਾਂ ਮਰੀਮ ਇੱਕ ਓਪਰੈਸਡ ਔਰਤ ਸੀਗੀ। ਹਾਲੇਲੂਇਆ। ਕਿਉਂਕਿ ਮਾਂ ਮਰੀਮ ਦੇ ਬਾਰੇ ਲਿਖਿਆ, ਤੂੰ ਕੁਆਰੀ ਮਰੀਮ, ਵੈਰਜਨ ਜਿਹੜੀ ਪਵਿੱਤਰ ਮਰੀਮ ਲੱਭੀ। ਹਾਲੇਲੂਇਆ। ਖੁਦਾ ਨੂੰ
ਜਿੱਤੇ ਕਿਰਪਾ ਹੋਈ ਪ੍ਰਭੂ ਦੀ। ਮਾਂ ਮਰੀਮ ਦੇ ਇਰਦ ਗਿਰਦ ਕੋਈ ਮਾਹੌਲ ਨਹੀਂ ਸੀ ਪਵਿੱਤਰਤਾ ਵਾਲਾ, ਸਾਰੇ ਨੂੰ ਛੇੜਦੇ ਹੁੰਦੇ ਸੀਗੇ। ਜਦੋਂ ਮਾਹੌਲ ਤੁਹਾਡੇ ਇਰਦ ਗਿਰਦ ਪਾਪ ਦਾ ਹੋਵੇ ਤਾਂ ਤੁਹਾਨੂੰ ਕਈ ਵਾਰੀ ਤੁਹਾਨੂੰ ਓਪਰੈਸਡ ਫੀਲ ਹੁੰਦਾ, ਤੁਹਾਨੂੰ ਦਬਾਏ ਜਾਣਾ ਫੀਲ ਹੁੰਦਾ। ਪਰ ਕੀ ਆ, ਜਦੋਂ ਮਾਂ ਮਰੀਮ ਆਤਮਾ 'ਚ ਬਣੀ ਗਈ, ਚੱਲਦੀ ਰਹੀ ਪ੍ਰਭੂ 'ਚ, ਖੁਦਾ ਦੀ ਰਾਈਚਸਨੈਸ ਉਹ 'ਚ ਵੱਧਦੀ ਗਈ, ਖੁਦਾ ਦਾ ਸੁਭਾਅ ਵੱਧਦਾ ਗਿਆ। ਤੇ ਇੱਕ ਦਿਨ ਨਿਆਂ ਵੀ ਆਇਆ, ਸਵਰਗੀ ਦੂਤ ਆਇਆ, ਕਹਿੰਦਾ ਵਧਾਈ ਹੋਵੇ ਤੇਰੇ ਤੇ ਜੋ ਪਰਮੇਸ਼ਵਰ ਦੀ ਕਿਰਪਾ ਹੋਈ ਆ, ਤੂੰ ਤਾਰਨਹਾਰੇ ਨੂੰ ਜਨਮ ਦੇਵੇਂਗੀ, ਯਿਸੂ ਮਸੀਹ ਨੂੰ। ਹਾਲੇਲੂਇਆ। ਅੱਜ ਤੁਹਾਨੂੰ ਕੋਈ ਦਬਾ ਰਿਹਾ ਵਾ, ਲੜੋ ਨਾ, ਸਰੀਰ 'ਚ ਨਾ ਆਵੋ, ਆਤਮਾ 'ਚ ਬਣੇ ਰਹੋ। ਅੱਜ ਕਈ ਵਾਰੀ ਭੈਣਾਂ ਕੀ ਕਰਦੀਆਂ, ਚਰਚ 'ਚ ਆਈਆਂ ਵਾ, ਚੁੱਪ ਨਹੀਂ ਰਹਿਣਗੀਆਂ। ਜੇ ਕੋਈ ਗੱਲ ਕਹਿਤੀ ਆ, ਬਸ ਮੂੰਹ 'ਚੋਂ ਕੁਛ ਨਾ ਕੁਛ ਕੱਢ ਕੇ ਹੀ ਜਾਣਾ ਘਰੇ। ਤੇ ਫਿਰ ਤੁਸੀਂ ਆਤਮਾ 'ਚ ਵਾਧੇ ਨਹੀਂ ਦੇਖੋਗੇ ਆਪਣੇ ਆਪ ਨੂੰ। ਅੱਜ ਦਾ ਵਚਨ ਥੋੜਾ ਜਿਹਾ ਸਖਤ ਆ ਨਾ, ਡਾਇਰੈਕਟ ਜਿਹਾ ਨਾ ਥੋੜਾ ਜਿਹਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਨਹੀਂ 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 ਨਹੀਂ, ਮੈਂ ਬੋਲ ਹੀ ਜਾਣਾ। ਦਬਾਏ ਹੋਇਆਂ ਦੇ ਲਈ ਉਹਦੀ ਰਾਈਚਸਨੈਸ ਆ। ਮੈਂ ਨਹੀਂ ਚਾਹੁੰਦਾ ਕਿ ਮੇਰੀ ਸਪਿਰਚੁਅਲ ਲਾਈਫ 'ਚ ਸਟਰਗਲ ਆਵੇ। ਮੈਂ ਕਹਿੰਦਾ ਕਿੰਨੇ ਮਰਜ਼ੀ ਬਿਜ਼ੀ ਕਿਉਂ ਨਾ ਹੋਵੋ, ਤੁਹਾਨੂੰ ਉਹਦਾ ਆਤਮਾ ਪ੍ਰਾਰਥਨਾ 'ਚ ਜੀਣਾ, ਪ੍ਰਾਰਥਨਾ ਵਾਲੀ ਲਾਈਫ ਜੀਣੀ ਸਿਖਾਊਗਾ। ਪਰ ਅਗਰ ਤੁਸੀਂ ਦਬਾਏ ਹੋਏ ਜਦੋਂ ਹੋਵੋ, ਸਰੀਰ 'ਚ ਨਾ ਆਵੋ ਬਸ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਦੱਸੋ, ਜਦੋਂ ਤੁਹਾਨੂੰ ਕੋਈ ਦਬਾਵੇ, ਕਿਸੇ ਵੀ ਹਿੱਸੇ ਡੈਵਲ ਦਬਾਉਣ ਦੀ ਕੋਸ਼ਿਸ਼ ਕਰੇ, ਆਤਮਾ 'ਚ ਰਵੋਗੇ ਜਾਂ ਸਰੀਰ 'ਚ ਆਵੋਗੇ? ਉੱਚੀ ਤਰ੍ਹਾਂ ਦੱਸੋ, ਆਤਮਾ 'ਚ। ਹਾਲੇਲੂਇਆ, ਹਾਲੇਲੂਇਆ। ਤੇ ਫਿਰ ਸਟਿਲ ਕੀ ਨਜ਼ਰ ਆਊਗਾ? ਯਾਰ ਪਰਮੇਸ਼ਵਰ ਦੀ ਹੈਲਪ ਬਣੀ ਹੋਈ ਆ ਯਾਰ, ਪ੍ਰੇਅਰ 'ਚ ਉਹਦਾ ਆਤਮਾ ਭਰ ਰਿਹਾ ਵਾ। ਕਿੰਨੀ ਵਾਰੀ ਆ ਤੁਹਾਡੇ ਨਾਲ ਹੋਇਆ, ਜਦੋਂ ਤੁਸੀਂ ਪ੍ਰਾਰਥਨਾ 'ਚ ਗਏ ਆ, ਤੁਸੀਂ ਗਏ ਆ, ਕੋਈ ਮਨ ਨਹੀਂ ਲੱਗ ਰਿਹਾ, ਕੋਈ ਪ੍ਰੈਜ਼ੈਂਸ ਨਹੀਂ ਫੀਲ ਹੋ ਰਹੀ, ਤੁਸੀਂ ਕੁਇਟ ਕਰ ਗਏ ਵੀ ਆਮੀਨ ਕਹਿਤਾ, ਪੌਣਾ ਘੰਟਾ ਲਾ ਲਿਆ, ਚਾਹੇ ਘੰਟਾ ਲਾ ਲਿਆ, ਚਾਹੇ 40 ਮਿੰਟ ਲਾ ਲਿਆ। ਤੁਸੀਂ ਦੱਸੋ ਨਾ ਦੱਸੋ, ਤੁਹਾਡੇ ਨਾਲ ਹੋਇਆ ਹੋਊਗਾ ਇਦਾਂ? ਕਿੰਨੀ ਵਾਰੀ ਹੋਇਆ ਹੋਊਗਾ ਤੁਸੀਂ ਕੁਇਟ ਕਰ ਗਏ 40-45 ਮਿੰਟ ਔਰ 1 ਘੰਟਾ ਲਾ ਕੇ ਤੁਹਾਨੂੰ ਲੱਗਾ ਭਰਿਆ, ਅੱਜ ਮੈਂ ਨਹੀਂਗਾ, ਅੱਜ ਕੁਇਕ ਨਹੀਂ ਕੀਤਾ ਉਹਨੇ, ਅੱਜ ਮਸਾ ਨਹੀਂ ਆ ਰਿਹਾ। ਵਜ੍ਹਾ ਪਤਾ ਕੀ ਆ? ਕਿਉਂਕਿ ਉਹਦੀ ਰਾਈਚਸਨੈਸ, ਉਹਦਾ ਨਿਆਂ ਦਬਾਏ ਹੋਏ ਲੋਕਾਂ ਲਈ ਆ। ਸਰੀਰ ਨੂੰ ਕੱਢ ਦਿਓ ਬਾਹਰ ਆਪਣੀ ਲਾਈਫ 'ਚੋਂ, ਆਤਮਾ ਦੁਆਰਾ ਚੱਲੋ, ਤੁਸੀਂ ਦੇਖੋਗੇ ਤੁਹਾਨੂੰ ਉਹਦਾ ਆਤਮਾ ਪ੍ਰਾਰਥਨਾ 'ਚ ਕਿੱਦਾਂ ਲਿਜਾਵੇਗਾ ਔਰ ਭਰੇਗਾ, ਬਲੈਸ ਕਰੇਗਾ, ਤੁਹਾਨੂੰ ਗਾਈਡ ਕਰੇਗਾ। ਅੱਜ ਕਿੱਦਾਂ ਚੱਲਣਾ, ਅੱਜ ਕੀ ਬੋਲਣਾ, ਅੱਜ ਕੀ ਨਹੀਂ ਬੋਲਣਾ, ਤਾਂ ਉਹਦਾ ਆਤਮਾ ਤੁਹਾਨੂੰ ਦੱਸੇਗਾ। ਔਰ ਤੁਸੀਂ ਕਹੋਗੇ ਵਾਕਿਆ ਕ੍ਰਿਸਚੀਅਨ ਲਾਈਫ 'ਚ ਮਜ਼ਾ ਵਾ, ਵਾਕਿਆ ਇਹ ਲਾਈਫ 'ਚ ਫਲੋ ਆਤਮਾ ਦਾ। ਹਾਲੇਲੂਇਆ, ਹਾਲੇਲੂਇਆ। ਪਰ ਜਦੋਂ ਸਰੀਰ ਦੇ ਅਕੋਰਡਿੰਗ ਚੱਲਣਾ, ਸਰੀਰ ਨੂੰ ਵਿੱਚ ਲੈ ਕੇ ਆਉਣਾ, ਬਾਈਬਲ 'ਚ ਕੀ ਲਿਖਿਆ? ਜੇ ਆਤਮਾ ਦੁਆਰਾ ਚੱਲੋ ਤੁਸੀਂ ਜੀਓਗੇ, ਜੇ ਸਰੀਰ ਦੁਆਰਾ ਚੱਲੋਗੇ ਤੁਸੀਂ ਮਰੋਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੈਂ ਆਪਣੀ ਲਾਈਫ 'ਚ ਵਾਰ-ਵਾਰ ਦੇਖਿਆ, ਜਿੱਥੇ ਕਿਤੇ ਤੁਹਾਡੇ ਨਾਲ ਕੋਈ ਰੋਂਗ ਕਰ ਗਿਆ, ਰੋਂਗ ਚੱਲ ਗਿਆ, ਅਗਰ ਤਾਂ ਤੁਸੀਂ ਵੀ ਉਦਾਂ ਹੀ ਬੋਲ ਦੋਗੇ ਤਾਂ ਖੁਦਾ ਦੀ ਹੈਲਪ ਤੁਹਾਡੀ ਸਪਿਰਚੁਅਲ ਲਾਈਫ 'ਚ ਨਹੀਂ ਮਿਲੂਗੀ। ਤੇ ਜਿਹਦੀ ਲਾਈਫ 'ਚ ਸਪਿਰਚੁਅਲੀ ਲਾਈਫ ਨਹੀਂ ਗਰੋ ਕਰ ਰਹੀ, ਤੇ ਉਹ ਪਤਾ ਚਰਚ ਆਊਗਾ, ਉਹਦਾ ਚਿਹਰਾ ਮੁਰਝਾਇਆ ਵਾ, ਉਹਨੂੰ ਵਚਨ ਨਹੀਂ ਚੰਗਾ ਲੱਗੇਗਾ, ਉਹਨੂੰ ਵਰਸ਼ਿਪ ਨਹੀਂ ਚੰਗੀ ਲੱਗੇਗੀ। ਜਿਹਦੀ ਲਾਈਫ ਸਪਿਰਚੁਅਲੀ ਗਰੋ ਹੀ ਨਹੀਂ ਕਰ ਰਹੀ, ਜਿਹੜਾ ਸਿਨ 'ਚ ਜਾ ਰਿਹਾ ਐਵਰੀ ਵੀਕ, ਉਹਨੂੰ ਮਜ਼ਾ ਨਹੀਂ ਆਊਗਾ ਚਰਚ। ਜੋ ਕਹੂਗਾ ਯਾਰ ਇਹ ਵਚਨ ਕਿਹੜਾ ਮੇਰੀ ਲਾਈਫ 'ਚ ਪੂਰੇ ਹੁੰਦੇ, ਮੈਂ ਕਿਹੜਾ ਚੱਲ ਪਾਉਣਾ, ਨਾ ਮੈਂ ਚੱਲ ਪਾਉਣਾ ਹੀ ਆ। ਵਜ੍ਹਾ ਕੀ ਆ? ਕਿਉਂ ਇਹ ਗਿਲਟੀਨੈਸ, ਕਿਉਂ ਇਹ ਉਦਾਸੀ, ਕਿਉਂ? ਵਜ੍ਹਾ ਇਹ ਆ ਕਿ ਅਸੀਂ ਸਰੀਰ ਦੇ ਅਕੋਰਡਿੰਗ ਹੱਲ ਕਰਨਾ ਚਾਹੁੰਦੇ ਚੀਜ਼ਾਂ ਨੂੰ। ਜਦੋਂ ਤੁਹਾਡੇ ਤੇ ਸਿਚੁਏਸ਼ਨ ਆਵੇ, ਉਦੋਂ ਸਿਰਫ ਔਰ ਸਿਰਫ ਬਣੇ ਰਹੋ ਤਾਂ ਕਿ ਪਰਮੇਸ਼ਰ ਦੀ ਹੈਲਪ ਤੁਹਾਡੇ ਤੋਂ ਖੋਈ ਨਾ ਜਾਵੇ। ਹਾਲੇਲੂਇਆ। ਇੱਕ ਹੁੰਦਾ ਆਪ ਸੇਵਾ ਕਰਨੀ, ਇੱਕ ਹੁੰਦਾ ਪ੍ਰਭੂ ਸੇਵਾ ਕਰਵਾਵੇ। ਦੋਨਾਂ 'ਚ ਬੜਾ ਡਿਫਰੈਂਟ ਆ। ਮੂਸਾ ਆਪ ਗਿਆ ਸੀ, ਇੱਕ ਹੁੰਦਾ ਮੂਸਾ ਭੇਜਿਆ ਗਿਆ, ਦੋਨਾਂ 'ਚ ਫਰਕ ਆ। ਇੱਕ ਆਪ ਪ੍ਰੇਅਰ ਲਾਈਫ ਜੀਣੀ, ਇੱਕ ਪ੍ਰਭੂ ਵੱਲੋਂ ਪ੍ਰੇਅਰ ਲਾਈਫ ਦਿੱਤੀ ਜਾਣੀ, ਦੋਨਾਂ 'ਚ ਫਰਕ ਆ। ਤੇ ਉਹ ਦਬਾਏ ਹੋਏ ਲੋਕਾਂ ਦੇ ਲਈ ਆ। ਦਬਾਏ ਹੋਏ ਲੋਕਾਂ ਨੂੰ ਸਮਝ ਗਏ ਕਿਹੜੇ ਦਬਾਏ ਹੋਏ? ਜੇ ਕੁਛ ਵੀ ਡੈਵਲ ਦੀ ਕੋਸ਼ਿਸ਼ ਕੀ ਆ, ਮੈਂ ਤੁਹਾਨੂੰ ਸਮਝਾਉਣਾ ਡੈਵਲ ਦੀ ਕੋਸ਼ਿਸ਼ ਕੀ ਆ। ਇਹਨੂੰ ਦਬਾਓ ਤਾਂ ਕਿ ਸਰੀਰ 'ਚ ਆਵੇ, ਇਹਦੇ ਘਰੇ ਗੜਬੜ ਕਰੋ ਤਾਂ ਕਿ ਸਰੀਰ ਦੁਆਰਾ ਬੋਲਣਾ ਸ਼ੁਰੂ ਕਰੇ, ਸਰੀਰ ਦੇ ਵਿੱਚ ਆਵੇ, ਸਰੀਰ ਦੁਆਰਾ ਮਸਲਿਆਂ ਨੂੰ ਹੱਲ ਕਰੇ। ਇਹਦੇ ਅਮੀਚੀਆਂ ਦੁਆਰਾ ਇਹਨੂੰ ਉਕਸਾਵੋ ਕਿ ਨਹੀਂ ਜੀ ਨਵਾਂ ਫੈਸ਼ਨ ਆਇਆ, ਨਵਾਂ ਤਰੀਕਾ ਆਇਆ ਜੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ।
ਤੇ ਜਦੋਂ ਤੁਸੀਂ ਸਰੀਰ 'ਚ ਆ ਗਏ, ਸਮਝ ਲਓ ਡੈਵਲ ਜੋ ਚਾਹ ਰਿਹਾ ਸੀ ਉਹ ਤੁਸੀਂ ਕਰ ਲਿਆ। ਜਦੋਂ ਤੁਸੀਂ ਆਤਮਾ 'ਚ ਬਣੇ ਰਹੇ, ਹਾਲੇਲੂਇਆ, ਤਾਂ ਤੁਸੀਂ ਦੇਖੋਗੇ ਯਾਰ ਉਹਦੀ ਹੈਲਪ ਕਿੰਨੀ ਜ਼ਿਆਦਾ ਵਾ। ਮੇਰੀ ਭੈਣ, ਮੇਰੇ ਭਾਈ, ਪਵਿੱਤਰ ਆਤਮਾ ਇੰਨੇ ਪਿਆਰੇ ਆ, ਇੰਨੇ ਦਿਆਲੂ ਆ, ਇੰਨੇ ਮਰਸੀਫੁਲ ਆ। ਉਹ ਸਾਡੇ ਸਾਰਿਆਂ ਦੀ ਵੇਟ ਕਰ ਰਹੇ ਆ, ਇਹ ਰੋਜ਼ ਮੇਰੀ ਪ੍ਰੈਜ਼ੈਂਸ ਆਵੇ। ਅੱਜ ਸ਼ੁਰੂ ਤੇ ਕਰੋ, ਹਾਲੇਲੂਇਆ। ਅੱਜ ਮੇਰੇ ਬਜ਼ੁਰਗ ਅਗਰ ਇੱਥੇ ਮੇਰੀ ਵੱਡੀ ਏਜ ਦੇ ਬੈਠੇ, ਮੈਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੁੰਦਾ, ਮੰਡੇ ਜਾਓ ਤੇ ਸਹੀ, ਰੂਮ ਬੰਦ ਕਰੋ, ਬਾਈਬਲ ਖੋਲੋ ਔਰ ਕਹੋ ਪਵਿੱਤਰ ਆਤਮਾ ਜੀ ਮੈਂ ਆ ਗਿਆ ਹਾਂ, ਮੈਨੂੰ ਚਲਾਓ। ਹਾਲੇਲੂਇਆ। ਇਸ ਦੁਨੀਆ ਦੇ ਰੂਲ ਦੇਖੋ, ਕਦੇ ਜਿਮ ਜਾਂਦੇ ਆ, ਕਦੇ ਨਵੀਂ ਜੌਬ ਤੇ ਜਾਂਦੇ ਆ, ਕਦੇ ਇੱਕੋ ਦਮ ਕੰਮ ਸਮਝ ਆ ਜਾਂਦਾ। ਲੱਗਦੇ ਕੁਛ ਘੰਟੇ ਨਾ, ਲੱਗਦੇ ਕੁਛ ਦਿਨ। ਅਸੀਂ ਸਪਿਰਿਚੁਅਲ ਚੀਜ਼ਾਂ ਲਈ ਕਿਉਂ ਸਬਰ ਨਹੀਂ ਕਰਦੇ? ਥੋੜਾ ਜਿਹਾ ਜਾਓ ਤੇ ਸਹੀ, ਕੱਲ ਨੂੰ ਮੰਡੇ ਆ, ਜਾਓ ਉਹਦੀ ਪ੍ਰੈਜ਼ੈਂਸ, ਕਹੋ ਪਵਿੱਤਰ ਆਤਮਾ ਮੈਂ ਆ ਗਿਆ ਹਾਂ, ਪਵਿੱਤਰ ਆਤਮਾ ਮੈਂ ਸਮਾਂ ਸਪੈਂਡ ਕਰਨਾ ਚਾਹੁੰਦਾ, ਪਵਿੱਤਰ ਆਤਮਾ ਮੈਂ ਖਾਲੀ ਕਰਦਾ, ਮੈਨੂੰ ਭਰੋ ਆਪਣੀ ਉਪਸਥਿਤੀ ਨਾਲ। ਪਵਿੱਤਰ ਆਤਮਾ ਮੈਂ ਚਾਹੁੰਦਾ ਮੈਂ ਜਿੱਥੇ ਜਾਵਾਂ ਤੁਹਾਡੀ ਉਪਸਥਿਤੀ ਮੇਰੇ ਨਾਲ ਹੋਵੇ। ਪਵਿੱਤਰ ਆਤਮਾ ਮੇਰੀ ਇੱਛਾ ਵਾ ਜਦੋਂ ਮੈਂ ਜਾਵਾਂ ਮੈਂ ਭਰ ਕੇ ਜਾਵਾਂ, ਜਦੋਂ ਮੈਂ ਨਿਕਲਾਂ ਮੈਂ ਭਰ ਕੇ ਨਿਕਲਾਂ। ਪਵਿੱਤਰ ਆਤਮਾ ਮੇਰੇ ਕੰਮ ਤੇ ਤੁਸੀਂ ਮੇਰੇ ਨਾਲ ਜਾਓ। ਇੱਕ ਵਾਰੀ ਕਹੋ ਤੇ ਸਬਰ ਕਰੋ ਤੇ ਪਿਆਸੇ ਮਨ ਨਾ ਕਹੋ, ਤੇ ਉਹਦਾ ਆਤਮਾ ਤੁਹਾਨੂੰ ਲੈ ਕੇ ਜਾਊਗਾ ਗਹਿਰਾਈਆਂ 'ਚ, ਉਹਦਾ ਆਤਮਾ ਤੁਹਾਨੂੰ ਭਰੇਗਾ। ਉਹੀ ਮੈਰਿਜ ਲਾਈਫ ਹੋਊਗੀ। ਹੁਣ ਇਹਦੇ ਰਿਜ਼ਲਟ ਕੀ ਹੋਣਗੇ ਜੇ ਤੁਸੀਂ ਪਵਿੱਤਰ ਆਤਮਾ ਨਾਲ ਰੋਜ਼ 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 ਸਮਾਂ ਗੁਜ਼ਾਰੋਗੇ? ਮੈਂ ਤੇ ਹੈਰਾਨ ਇਹ ਗੱਲ ਤੋਂ ਆ, ਜਦੋਂ ਅਸੀਂ ਪ੍ਰਭੂ 'ਚ ਨਹੀਂ ਸੀ ਉਦੋਂ ਅਸੀਂ ਪੂਜਾ ਪਾਠ ਬੜੇ ਲੰਮੇ ਚੌੜੇ ਕਰ ਲੈਂਦੇ ਸੀ, ਪ੍ਰਭੂ 'ਚ ਆ ਕੇ ਕਈ ਵਾਰੀ ਅਸੀਂ ਲੇਜ਼ੀ ਹੋ ਜਾਂਦੇ ਆ। ਹਾਲੇਲੂਇਆ। ਪਰ ਜੋ ਤੁਸੀਂ ਰੋਜ਼ ਰੋਜ਼ ਪਵਿੱਤਰ ਆਤਮਾ ਦੀ ਹਜ਼ੂਰੀ 'ਚ ਜਾਓਗੇ, ਉਹਦਾ ਰਿਜ਼ਲਟ ਹੋਊਗਾ ਉਹੀ ਮੈਰਿਜ ਲਾਈਫ ਜਿਹ 'ਚੋਂ ਰਸ ਖਤਮ ਹੋ ਚੁੱਕਿਆ, ਉਹੀ ਮੈਰਿਜ ਲਾਈਫ ਜਿਹ 'ਚ ਕੋਈ ਮਜ਼ਾ ਨਹੀਂ। ਹੁਣ ਉਹ 'ਚ ਮਜ਼ਾ ਔਰ ਰਸ ਔਰ ਹੈਵਨਲੀ ਬਲੈਸਿੰਗ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਹੀ ਰਿਸ਼ਤੇ ਜਿਨ੍ਹਾਂ 'ਚ ਕੜਵਾਹਟ ਡੈਵਲ ਨੇ ਪਾਤੀ ਆ, ਉਹੀ ਤੁਹਾਡੇ 1% ਦੇ ਰੋਜ਼ ਪਵਿੱਤਰ ਆਤਮਾ ਨਾਲ ਭਰਨ ਦੇ ਦੁਆਰਾ ਉਸੇ ਕੜਵਾਹਟ ਨੂੰ ਖਤਮ ਕਰ ਦੂਗਾ ਪ੍ਰਭੂ, ਔਰ ਤੁਹਾਡੇ ਦੁਆਰਾ ਘਰਾਣੇ 'ਚ ਮਿਠਾਸ ਨੂੰ, ਪਾਕ ਰੂਹ ਦੀ ਅੱਗ ਨੂੰ ਭਰ ਦਊਗਾ ਪ੍ਰਭੂ। ਹਾਲੇਲੂਇਆ, ਹਾਲੇਲੂਇਆ।